ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਰਜੀਵ ਭਾਸਕਰ, ਸੀਨੀਅਰ ਜਰਨਲਿਸਟ। ਭਾਸਕਰ ਸਾਹਿਬ ਵੈਲਕਮ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਭਾਸਕਰ ਸਾਹਿਬ, ਆ ਕੀ ਚੰਦ ਚੜਾਤਾ ਜੇ ਵਿਆਹ 'ਚ ਬੀ ਦਾ ਲੇਖਾ। ਪਹਿਲਾਂ 5 ਜਨਵਰੀ ਨੂੰ ਪ੍ਰਧਾਨ ਮੰਤਰੀ ਆਖੇ ਰੋਕ ਲਏ ਗਏ, ਪੰਜਾਬ ਆਏ, ਤੇ ਹੁਣ ਮੁੱਖ ਮੰਤਰੀ ਕਹਿੰਦੇ ਮੈਨੂੰ ਚੋਣ ਲੜਨ ਤੋਂ ਰੋਕਿਆ ਜਾ ਰਿਹਾ, ਸਾਨੂੰ ਕਾਗਜ਼ ਭਰਨ ਤੋਂ ਰੋਕਿਆ ਜਾ ਰਿਹਾ। ਗੱਲ ਕਿੱਧਰ ਨੂੰ ਤੁਰ ਪਈ? ਗੱਲ ਕੁਝ ਹੋਰ ਸੀ, ਨਿਕਲਦੀ ਕੁਝ ਹੋਰ ਜਾਂਦੀ ਹੈ। ਪਹਿਲਾਂ ਤਾਂ ਕਹਿੰਦੇ ਸੀ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਲਿਸਟਾਂ ਦੇ ਕੇ ਰੱਖੀਆਂ, ਫਿਰ ਉਤੋਂ ਵੀ ਪਛਾਣ ਹੋ ਜਾਈਏ। ਕਦੇ ਕੈਪਟਨ ਅਮਰਿੰਦਰ ਸਿੰਘ, ਤੁਹਾਨੂੰ ਯਾਦ ਹੋਣਾ, ਚੌਪਰ ਚ ਉੱਡੇ ਸੀ ਤੇ ਉਤੋਂ ਬੜੀ ਸੋਹਣੀ ਜੀ ਹੈ ਨਾ ਵਾਹਵਾ ਮੈਗਾਪਿਕਸਲ ਵਾਲੀ ਤਸਵੀਰ ਖਿੱਚ ਕੇ ਅਖਬਾਰਾਂ ਨੂੰ ਭੇਜਤੀ। ਅਖੇ ਇਲੀਗਲ ਮਾਈਨਿੰਗ ਹੁੰਦੀ ਹੈ। ਉਤੋਂ ਰੌਲਾ ਪਿਆ 18 ਤੋਂ, ਹੁਣ ਆ ਕੇ ਨਸੂਰ ਬਣ ਗਿਆ। ਇਲੈਕਸ਼ਨ ਦੇ ਵਿੱਚ ਇਹ ਪੰਗਾ ਜਿਹਾ ਪੈ ਗਿਆ। ਅੱਜ ਚੰਨੀ ਸਾਹਿਬ ਦਾ ਜਿਹੜੀ ਸਰੀਰਕ ਭਾਸ਼ਾ ਸੀ, ਬਾਡੀ ਲੈਂਗੁਏਜ ਸੀ, ਚਿਹਰੇ ਦੇ ਹਾਵ ਭਾਵ ਸੀ, ਅੱਜ ਕੁਝ ਹੋਰ ਕਹਿ ਰਹੇ ਸੀ। ਇਹ ਗੱਲ ਕੀ ਹੈ ਮੈਨੂੰ ਨਹੀਂ ਸਮਝ ਆਈ। ਕਿਤੇ ਇੰਜ ਤਾਂ ਨਹੀਂ ਕਿ ਲਿਸਟਾਂ ਤੇ ਹੋਰਾਂ ਦੀਆਂ ਗਈਆਂ ਸੀ, ਬੀਜੇਪੀ ਵਾਲਿਆਂ ਨੂੰ ਤਕਲੀਫ ਰਹਿ ਗਈ ਕਿ ਬਹੁਤੇ ਆਏ ਨਹੀਂ, ਝਾੜ ਨਹੀਂ ਝੜਿਆ। ਫਸਲ ਤਾਂ ਭਰਵੀਂ ਬੀਜੀ ਸੀ, ਉਨੀ ਫਸਲ ਹੋਈ ਨਹੀਂ। ਇੱਕ ਹੋਰ ਪਹਿਲੂ, ਬੜਾ ਦਿਲਚਸਪ ਪਹਿਲੂ, ਕਹਿੰਦੇ ਕੋਈ ਮੀਟਿੰਗ ਦਿੱਲੀ 'ਚ ਹੋਈ ਆ। ਅਖੇ ਜੇ ਹੰਗ ਅਸੈਂਬਲੀ ਆਉਂਦੀ ਹੈ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਰਲ ਕੇ ਸਰਕਾਰ ਬਣਾ ਲੈਣਗੇ, ਕੇਜਰੀਵਾਲ ਨੂੰ ਬੂਸਟ ਮਿਲ ਜਾਊਗਾ। ਇੱਕ ਹੋਰ ਪਹਿਲੂ, ਅੱਜ ਇੱਕ ਗੈਰ ਰਸਮੀ ਮੁਲਾਕਾਤ ਦੇ ਵਿੱਚ ਨਵਜੋਤ ਸਿੰਘ ਸਿੱਧੂ, ਗੈਰ ਰਸਮੀ ਗੱਲਬਾਤ ਦੇ ਵਿੱਚ ਮੈਨੂੰ ਕਹਿੰਦੇ ਰੰਧਾਵਾ ਲਿਖ ਲਾ ਮੇਰੇ ਵੱਲੋਂ, ਜੂਨ ਦੇ ਵਿੱਚ ਸਾਨੂੰ ਜਿਹੜੇ ਆਉਂਦੇ ਆ ਨਾ ਜੀ 20,000 ਕਰੋੜ ਰੁਪਈਆ, ਲਗਭਗ 1500 ਕਰੋੜ ਮਹੀਨੇ ਦਾ ਬਣਦਾ GST ਦੀ ਜਿਹੜੀ ਕੰਪਨਸੇਸ਼ਨ ਮਿਲਦੀ ਹੈ, ਇਹਨੇ ਮੁੱਕ ਜਾਣਾ। ਇਹ ਗਰੰਟੀ ਖਤਮ ਹੋ ਜਾਣੀ ਆ। ਪੰਜਾਬ ਸਿਰਫ 20,000 ਕਰੋੜ ਸਾਲ ਦਾ, ਇਹ ਵੀ ਘਟ ਜਾਣਾ। ਜਿਹੜੇ ਬਾਕੀ ਡੀਜ਼ਲ ਤੇ ਰੇਟ ਘਟਾਏ ਜਾਂ ਬਾਕੀ ਚੀਜ਼ਾਂ, ਜਿਹੜੀ ਇਨਕਮ ਆ, ਮਤਲਬ ਕੁੱਲ ਮਿਲਾ ਕੇ 50,000 ਦਾ ਇੱਕ ਘਾਟਾ ਜਿਹੜਾ ਸਰਕਾਰ ਸਹੁੰ ਚੁੱਕੂਗੀ ਉਹਨੂੰ ਮਿਲ ਜਾਣਾ। ਆਮ ਨਾਲੋਂ, ਪਹਿਲਾਂ ਨਾਲੋਂ, ਜਿਹੜੀਆਂ ਰਾਤਾਂ ਤੇ ਰਹਿਤਾਂ ਇਹਨਾਂ ਦਿਨਾਂ 'ਚ ਦਿੱਤੀਆਂ, 50,000 ਕਰੋੜ ਆਉਂਦਿਆਂ ਹੀ ਉਹਨੂੰ ਘੱਟ ਮਿਲਣਾ। ਸਰਕਾਰ ਨੂੰ ਘਾਟੇ 'ਚ ਉਹਨੇ ਹੋਣਾ ਹੈ। ਇਹਦੇ ਪ੍ਰਬੰਧ ਪਹਿਲਾਂ ਕਰਨੇ ਪੈਣੇ ਆ। ਬਹੁਤ ਔਖੇ ਦੌਰ 'ਚ ਦਾਖਲ ਹੋ ਰਿਹਾ ਪੰਜਾਬ। ਭਾਸਕਰ ਸਾਹਿਬ, ਮੈਂ ਪਹਿਲੀ ਗੱਲ ਤੇ ਆਉਣਾ ਚਾਹੁੰਦਾ, ਆਪਣੇ ਮੁੱਖ ਮੰਤਰੀ ਬਹੁਤ ਔਖੇ ਸੀ, ਪਰੇਸ਼ਾਨ ਸੀ, ਦੁਖੀ ਸੀ, ਉਦਾਸ ਸੀ, ਤੇ ਆਪਣੀ ਸੈਂਟਰ ਵਾਲੀ ਸਰਕਾਰ ਦੇ ਖਿਲਾਫ ਵਾਹਵਾ ਹੀ ਵਰਦੇ ਪਏ ਸੀ। ਆਖੇ ਮੈਨੂੰ ਫਸਾਉਣਾ ਚਾਹੁੰਦੇ ਆ। ਗੱਲ ਤਾਂ ਕਿਤੇ ਹੋਰ ਸੀ, ਗੱਲ ਕਿਤੇ ਹੋਰ ਨਿਕਲਦੀ ਪਈ ਹੈ। ਇਹ ਕੀ ਗੱਲ ਆ? ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਅੱਜ ਮੁੱਖ ਮੰਤਰੀ ਜਦ ਪ੍ਰੈਸ ਕਾਨਫਰੰਸ ਕਰ ਰਹੇ ਸੀਗੇ ਤੇ ਉਹਨਾਂ ਦੀ ਬਾਡੀ ਲੈਂਗੁਏਜ ਦੇ ਵਿੱਚ ਉਹ ਗੱਲ ਨਹੀਂ ਸੀ ਜਿਹੜੀ ਪਹਿਲੇ ਹੁੰਦੀ ਸੀਗੀ। ਖਾਸ ਕਰਕੇ ਜਦ ਪ੍ਰਧਾਨ ਮੰਤਰੀ ਨੂੰ ਵਾਪਸ ਜਾਣਾ ਪਿਆ ਸੀਗਾ ਤੇ ਉਹ ਬੜੇ ਆਫੈਂਸਿਵ ਜਿਹੇ ਨਜ਼ਰ ਆਉਂਦੇ ਸੀਗੇ ਕਿ ਉਹ ਜਦ ਕਹਿੰਦੇ ਸੀ ਨਾ ਕਿ ਮੈਂ ਕਿਆ ਕਰੂੰ, ਜਦ ਉੱਥੇ 70,000 ਕੁਰਸੀਆਂ ਸੀਗੀ, 700 ਬੰਦੇ ਸੀਗੇ, ਤੇ ਉਹਨਾਂ ਨੂੰ ਸ਼ਾਇਦ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਪ੍ਰਧਾਨ ਮੰਤਰੀ ਦਿਲ ਤੇ ਲੈ ਜਾਣਗੇ ਗੱਲ ਨੂੰ। ਈਡੀ ਦੀ ਰੇਡਾਂ ਦੀ ਗੱਲ ਤੇ ਬੜੇ ਟਾਈਮ ਤੋਂ ਚੱਲਦੀ ਪਈ ਹੈ। ਸੁਖਪਾਲ ਸਿੰਘ ਖਹਿਰਾ, ਜਿਨ੍ਹਾਂ ਦੇ ਘਰ ਈਡੀ ਨੇ ਰੇਡ ਪਾਈ ਸੀ, ਕਾਫੀ ਟਾਈਮ ਤੋਂ ਬਾਅਦ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਔਰ ਅੱਜ ਤੱਕ, ਸ਼ਾਇਦ ਅੱਜ 19 ਤਰੀਕ ਹੈਗੀ ਹੈ, ਉਹਨਾਂ ਦੀ ਅੱਜ ਡੇਟ ਸੀਗੀ ਔਰ ਉਹ ਬੇਲ ਮੈਨੂੰ ਲੱਗਦਾ ਨਹੀਂ ਕਿ ਹੋਈ ਹੈ। ਨਹੀਂ, ਇਹ ਮਾਨਯੋਗ ਉੱਚ ਅਦਾਲਤ ਨੇ ਫੈਸਲਾ ਰਾਖਵਾਂ ਰੱਖ ਲਿਆ। ਮੈਂ ਥੋੜੀ ਜਾਣਕਾਰੀ ਵਿੱਚ ਪਾ ਦਿਆਂ ਜੀ। ਜੀ ਜੀ ਜੀ। ਔਰ ਉਹਦੇ ਹਿਸਾਬ ਨਾਲ ਜਿਹੜਾ ਚੰਨੀ ਉਹਨਾਂ ਦੇ ਖਿਲਾਫ ਜਾਂ ਉਹਨਾਂ ਦੇ ਰਿਸ਼ਤੇਦਾਰੀ ਕੀ ਹੈ, ਉਹਨਾਂ ਦੀ ਸਾਲੀ ਦਾ ਮੁੰਡਾ ਹੈ, ਭਾਂਜਾ ਹੈਗਾ, ਕੁਛ ਅਖਬਾਰਾਂ ਭਤੀਜਾ ਵੀ ਲਿਖੀ ਜਾਂਦੀ ਹੈ, ਭਾਂਜਾ ਹੈਗਾ, ਉਹਦੇ ਘਰ ਰੇਡ ਪਾਈ। ਔਰ ਇਹ ਵੀ ਦੇਖੋ, ਜਿਹੜਾ ਚੰਨੀ ਉਹਨਾਂ ਦੀ ਲਾਸਟ ਰੈਲੀ ਸੀਗੀ ਜਾਂ ਫੰਕਸ਼ਨ ਸੀਗਾ LPU ਦੇ ਵਿੱਚ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ, ਕੁਝ ਦਿਨ ਪਹਿਲੇ ਤੁਸੀਂ ਦੇਖਿਆ ਹੋਏਗਾ, ਚੰਨੀ ਉਹਨਾਂ ਭੰਗੜੇ ਪਾਉਂਦੇ ਸੀ। ਕਿਹਾ ਜਾ ਰਿਹਾ ਕਿ ਕੁਝ ਪੱਤਰਕਾਰਾਂ ਨੇ ਇਹ ਜਿਹੜੇ ਹਨੀ ਉਹਨਾਂ ਨੇ ਜਿਨ੍ਹਾਂ ਦੇ ਘਰ ਰੇਡ ਪਈ, ਉਹਨੂੰ ਵੀ ਉੱਥੇ ਦੇਖਿਆ ਸੀਗਾ। ਪਰ ਜਿਹੜੀ ਰੇਡ ਪਈ ਉਹ 2 ਕਰੋੜ 4 ਕਰੋੜ 6 ਕਰੋੜ, ਹੁਣ ਤੇ ਗਾਂ ਨਿਕਲ ਗਈ ਹੈ ਫਿਗਰ, 10.5 ਕਰੋੜ ਦੀ ਆ ਰਹੀ ਹੈ ਕਿ 10.5 ਕਰੋੜ ਮਿਲੇ। ਔਰ ਚੰਨੀ ਉਹਨਾਂ ਦਾ ਇਹ ਕਹਿਣਾ ਕਿ ਮੈਨੂੰ ਤੇ ਪਤਾ ਵੀ ਨਹੀਂ ਕਿ ਮੇਰਾ ਰਿਸ਼ਤੇਦਾਰ ਕਿੱਥੇ ਹੈ। ਔਰ ਹਜੇ ਤੱਕ ਚੰਨੀ ਉਹਨਾਂ ਨੇ ਇਸ ਗੱਲ ਨੂੰ ਨਹੀਂ ਮੰਨਿਆ ਕਿ ਉਹਦਾ ਜਾਂ ਉਹਨਾਂ ਦੇ ਨਾਲ ਕੋਈ ਜਿਹੜਾ ਹਨੀ ਫੜਿਆ ਉਹਦੇ ਨਾਲ ਰਿਸ਼ਤੇਦਾਰੀ ਤੇ ਸੀਗੀ, ਪਰ ਕੋਈ ਬਿਜ਼ਨਸ ਦਾ ਲਿੰਕ ਸੀਗਾ ਜਾਂ ਨਹੀਂ ਸੀਗਾ। ਚਲੋ ਇਹ ਤੇ ਕੋਈ ਵੀ ਪੋਲੀਟੀਸ਼ੀਅਨ ਨਹੀਂ ਕਹਿੰਦਾ ਹੁੰਦਾ, ਪਰ ਜਿਹੜਾ ਉਹਨਾਂ ਦਾ ਡਿਫੈਂਸਿਵ ਹੋਣਾ, ਜਿਹੜਾ ਉਹਨਾਂ ਦਾ ਬਾਡੀ ਲੈਂਗੁਏਜ ਦਾ ਲੋ ਹੋਣਾ, ਇਸ ਗੱਲ ਨੂੰ ਇੰਡੀਕੇਟ ਕਰਦਾ ਵੀ ਹੁਣ ਚੰਨੀ ਸਾਹਿਬ ਵੱਲ ਵੀ ਗੱਲ ਵੱਧ ਰਹੀ ਹੈ, ਸ਼ਾਇਦ ਵੱਧ ਚੁੱਕੀ ਹੈ। ਕਿਉਂਕਿ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕਰਦੇ ਟਾਈਮ ਇਸ ਗੱਲ ਦਾ ਖੁਲਾਸਾ ਕੀਤਾ ਕਿ ਮੈਨੂੰ ਚੋਣ ਲੜਨ ਤੋਂ ਰੋਕਿਆ ਜਾ ਰਿਹਾ, ਮੈਨੂੰ ਕਾਗਜ਼ ਵੀ ਭਰੇ ਵੀ ਨਹੀਂ ਦੇਣ ਜਾ ਰਹੇ। ਯਾਨੀ ਜਿਹੜੀ ਗੱਲਾਂ ਹਜੇ ਤੱਕ ਹੋਈ ਨਹੀਂ,
ਕਾਗਜ਼ ਦਾ ਪ੍ਰੋਸੈਸ 25 ਤਰੀਕ ਨੂੰ ਸ਼ੁਰੂ ਹੋਣਾ ਹੈ, ਪਰ ਅੱਜ ਕਾਗਜ਼ ਨਾ ਭਰੇ ਜਾਣ ਦੀ ਗੱਲ ਕਰਨਾ ਕਿ ਮੈਨੂੰ ਕਾਗਜ਼ ਨਹੀਂ ਭਰੇ ਦੇਣ ਜਾ ਰਹੇ, ਉਹ ਆਪਣੇ ਆਪ ਵਿੱਚ 25 ਤਰੀਕ ਨੂੰ ਜਿਹੜਾ ਕੰਮ ਹੋਣਾ ਉਹਦਾ ਖੁਲਾਸਾ ਚੰਨੀ ਉਹਨਾਂ ਨੇ ਆਪ ਹੀ ਕਰਤਾ। ਔਰ ਇੱਥੇ ਤੱਕ ਵੀ ਆਰੋਪ ਲਾਇਆ ਗਿਆ ਕਿ ਜਿਹੜਾ ਉਹਨਾਂ ਦਾ ਰਿਸ਼ਤੇਦਾਰ ਫੜਿਆ ਗਿਆ ਉਹਦੇ ਉੱਤੇ ਈਡੀ ਦੇ ਅਫੀਸ਼ੀਅਲਸ ਖਾਸ ਤੌਰ ਤੇ ਜ਼ੋਰ ਲਾ ਰਹੇ ਨੇ ਕਿ ਵੀ ਤੂੰ ਮੁੱਖ ਮੰਤਰੀ ਦਾ ਨਾਂ ਲੈ। ਕਿੰਨੀ ਕੁ ਸੱਚੀ ਹੈ ਕਿੰਨੀ ਕੁ ਝੂਠੀਆਂ ਗੱਲਾਂ, ਇਹ ਤੇ ਖੈਰ ਆਉਣ ਵਾਲੇ ਵਕਤ 'ਚ ਹੀ ਪਤਾ ਲੱਗੇਗਾ। ਪਰ ਉਹ ਯਾਦ ਕਰੋ 2018 ਦਾ ਉਹ ਦਿਨ ਜਦ ਜੰਗੇ ਆਜ਼ਾਦੀ ਦਾ ਫੰਕਸ਼ਨ ਇਨੋਗ੍ਰੇਸ਼ਨ ਰੱਖਿਆ ਸੀ ਕਰਤਾਰਪੁਰ ਦੇ ਵਿੱਚ, ਔਰ ਜਦ ਮੁੱਖ ਮੰਤਰੀ ਚੰਡੀਗੜ੍ਹ ਤੋਂ ਉੜੇ ਤੇ ਉਹਨਾਂ ਨੇ ਕੁਝ ਇਲੀਗਲ ਮਾਈਨਿੰਗ ਦੇਖੀ, ਔਰ ਜਦ ਤੱਕ ਉਹ ਇੱਥੇ ਆਏ ਤੁਹਾਡੇ ਫੋਟੋਜ਼ ਵੀ ਵਾਇਰਲ ਹੋ ਗਈ ਕਿ ਵੀ ਆਹ ਇਲੀਗਲ ਮਾਈਨਿੰਗ ਉਹਨਾਂ ਨੇ ਹੁੰਦੀ ਹੋਈ ਦੇਖੀ, ਔਰ ਕਿਹਾ ਗਿਆ ਕਿ ਐਕਸ਼ਨ ਲਓ। ਔਰ ਉਸ ਫੰਕਸ਼ਨ ਦੇ ਵਿੱਚ ਹੀ ਇਹ ਕਈ ਲੋਕਾਂ ਤੋਂ ਗੱਲ ਸੁਣਨ ਨੂੰ ਮਿਲੀ ਕਿ ਵੀ ਉਹਦੇ ਵਿੱਚ ਚੰਨੀ ਉਹਨਾਂ ਦੀ ਇਨਵੋਲਵਮੈਂਟ ਹੋ ਸਕਦੀ ਹੈ, ਯਾਨੀ ਚੰਨੀ ਉਹਨਾਂ ਦੇ ਰਿਸ਼ਤੇਦਾਰ ਹੈਗੇ ਆ ਜਾਂ ਚੰਨੀ ਉਹਨਾਂ ਦੀ ਇਨਵੋਲਵਮੈਂਟ ਹੈਗੀ ਹੈ ਉਸ ਇਲੀਗਲ ਮਾਈਨਿੰਗ 'ਚ। ਗੱਲ ਦੱਬ ਤੇ ਗਈ ਉਸ ਤੋਂ ਬਾਅਦ, ਭਾਵੇਂ ਚੰਨੀ ਉਹਨਾਂ ਕਾਫੀ ਮੁਸੀਬਤ ਵਿੱਚ ਪਏ ਸੀ, ਪਰ ਚੰਨੀ ਉਹਨਾਂ ਇੱਕ ਵਾਰ ਪਹਿਲੇ ਵੀ ਇੱਕ ਮੁਸੀਬਤ ਵਿੱਚ ਸੀ ਜਦ ਉਹਨਾਂ ਨੇ ਕੋਈ ਇੱਕ SMS ਭੇਜਤਾ ਸੀਗਾ, ਔਰ SMS ਭੇਜਣ ਤੋਂ ਬਾਅਦ ਮਹਿਲਾ ਆਯੋਗ ਜਿਹੜੀ ਉਹ ਜਿਸ ਤਰੀਕੇ ਨਾਲ ਸਖਤ ਐਕਸ਼ਨ ਲੈ ਕੇ ਮਟਕਾ ਚੌਂਕ ਤੇ ਧਰਨਾ ਦੇਣ ਦੀ ਵੀ ਗੱਲ ਮਨੀਸ਼ਾ ਗੁਲਾਟੀ ਉਹਨਾਂ ਜਿਹੜੀ ਮਹਿਲਾ ਆਯੋਗ ਦੀ ਚੇਅਰਪਰਸਨ ਹੈ ਉਹ ਕਹਿੰਦੀ, ਪਰ ਕਿਸੇ ਨਾ ਕਿਸੇ ਜਗ੍ਹਾ ਚੰਨੀ ਉਹਨਾਂ ਦੇ ਨਾਲ ਮੁੱਖ ਮੰਤਰੀ ਜਿਹੜੇ ਪੁਰਾਣੇ ਹੁੰਦੇ ਸੀ ਕੈਪਟਨ ਅਮਰਿੰਦਰ ਸਿੰਘ ਦਾ, ਉਹ 36 ਦਾ ਆંકੜਾ ਤੇ ਸ਼ੁਰੂ ਤੋਂ ਹੀ ਰਿਹਾ। ਹੁਣ ਉਹ ਆંકੜਾ ਹੋਰ ਵੱਧ ਗਿਆ ਜਦ ਉਹ ਫਾਈਲ ਮੁੱਖ ਮੰਤਰੀ ਪੁਰਾਣੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਸੀ ਉਹਨਾਂ ਨੇ ਕੇਂਦਰ ਦੇ ਹਵਾਲੇ ਕਰਤੀ, ਔਰ ਈਡੀ ਦੀ ਰੇਡ ਐਕਸਪੈਕਟਡ ਸੀਗੀ। ਜਦ ਅਸੀਂ ਕਹਿੰਦੇ ਸੀ ਨਾ 7 ਮੰਤਰੀ ਜਾਂ ਬਹੁਤ ਸਾਰੇ MLA ਹੁਣ BJP 'ਚ ਜਾਣਗੇ, ਉਹਦੇ ਪਿੱਛੇ ਵੀ ਈਡੀ ਹੀ ਇੱਕ ਕਾਰਨ ਸੀਗਾ, ਔਰ ਈਡੀ ਕੁਝ ਨਹੀਂ ਕਰ ਰਿਹਾ ਸੀਗਾ। ਇਹਦੇ ਕਰਕੇ ਜਿਹੜੇ ਬੰਦੇ ਹੱਥ ਖੜੇ ਕਰਕੇ ਜਾਣ ਵਾਲੇ ਸੀਗੇ, ਉਹ ਜਿਨ੍ਹਾਂ ਦੀ ਬਾਹ ਮਰੋੜ ਕੇ ਲੈ ਕੇ ਜਾਣਾ ਸੀਗਾ, ਉਹ ਕਿਸੇ ਨਾ ਕਿਸੇ ਜਗ੍ਹਾ ਉਹਨਾਂ ਨੂੰ ਲੱਗਿਆ ਵੀ ਕੁਝ ਹੋ ਤੇ ਹੈ ਨਹੀਂ ਰਿਹਾ, ਆਪਾਂ ਫਿਰ ਏਦਾਂ ਹੀ ਚਲੀ ਜਾਈਏ। ਪਰ ਹੁਣ ਡਰ ਕਾਂਗਰਸ ਦੇ ਵਿੱਚ ਬਹੁਤ ਸਾਰੇ MLA ਦੇ ਵਿੱਚ ਦੇਖਣ ਨੂੰ ਮਿਲਿਆ ਜਿਨ੍ਹਾਂ ਦੇ ਘਰ ਇਹ ਲੱਗਦਾ ਹੈ ਕਿ ਵੀ ਈਡੀ ਬੜੀ ਛੇਤੀ ਦਰਵਾਜ਼ਾ ਖਟਕਾ ਦੇਗੀ। ਫਿਲਹਾਲ ਤੇ ਮੁੱਖ ਮੰਤਰੀ ਚੰਨੀ ਉਹਨਾਂ ਦੇ ਦੁਆਲੇ ਹੋਈ ਹੈ। ਇਸ ਗੱਲ ਨੂੰ ਪੋਲੀਟੀਕਲ ਵੈਂਡੇਟਾ ਦੇ ਰੂਪ ਵਿੱਚ ਪੇਸ਼ ਕਰਨ ਵਾਸਤੇ ਅੱਜ ਕਾਂਗਰਸ ਦਾ ਪੂਰਾ ਜ਼ੋਰ ਲੱਗ ਗਿਆ। ਬਿਲਕੁਲ ਜੀ ਜੀ ਮੈਂ ਤੁਹਾਡੇ ਕੋਲ ਇੱਥੋਂ ਹੀ ਸ਼ੁਰੂ ਕਰੂੰਗਾ। 3 ਪ੍ਰੈਸ ਕਾਨਫਰੰਸਸ ਹੋਈਆਂ, ਲੇਕਿਨ ਉਸ ਤੋਂ ਪਹਿਲਾਂ ਜਿਹੜਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਇਲਜ਼ਾਮ ਲਾਇਆ ਗਿਆ ਕਿ ਅਸੀਂ ਜਦੋਂ ਬਿਕਰਮ ਸਿੰਘ ਮਜੀਠੀਆ ਨੂੰ ਨਸ਼ੇ ਮਾਮਲੇ 'ਚ ਹੱਥ ਪਾਇਆ ਉਦੋਂ ਇਹ ਸਾਰੇ ਰਲ ਗਏ, ਜਦੋਂ ਪ੍ਰਧਾਨ ਮੰਤਰੀ ਦੀ ਗੇੜੀ ਤੋਂ ਬਾਅਦ ਮੈਂ ਦਖਲ ਦਿੱਤਾ ਔਰ ਇਹ ਕਿਹਾ ਕਿ ਮੈਂ ਜ਼ਿੰਮੇਵਾਰ ਹਾਂ, ਜਾਂ ਉਹਨਾਂ ਨੇ ਇਹ ਗੱਲ ਕਹੀ ਕਿ ਉਹ ਸਾਰੀ ਮੇਰੇ ਦੁਆਲੇ ਵਰਗੀ ਗੱਲ। 5 ਜਨਵਰੀ ਦੀ ਜਿਹੜੀ ਘਟਨਾ ਹੈ ਉਹਨਾਂ ਨੇ ਕਿਹਾ ਜੀ ਮੇਰੇ ਤੇ ਵਰਗੀ ਸਾਰੀ। ਇਹ 2 ਅਹਿਮ ਸਵਾਲ ਆ। ਉਹ ਕਹਿੰਦੇ ਜੀ ਇਹ ਸਾਰੇ ਇਕੱਠੇ ਹੋ ਗਏ ਆ ਹੁਣ, ਔਰ ਇਹ ਇੱਕ ਗਰੀਬ ਘਰ ਦੇ ਪੁੱਤ ਨੂੰ ਫਸਾਉਣਾ ਚਾਹੁੰਦੇ ਆ, ਇਹ ਨਹੀਂ ਚਾਹੁੰਦੇ ਕਿ ਕੋਈ ਗਰੀਬ ਘਰ ਦਾ ਮੁੰਡਾ ਅੱਗੇ ਵਧੇ। ਇਹ ਬੜੇ ਅਹਿਮ ਨੁਕਤੇ ਨੇ, ਅਹਿਮ ਸਵਾਲ ਹੈਗੇ ਆ ਕਿ ਇਹਦੇ ਵਿੱਚ ਉਹਨਾਂ ਨੇ ਸਾਫ਼ ਦੋਸ਼ ਇਹ ਵੀ ਲਾਏ ਆ ਕਿ ਇਹ ਸਭ ਕੁਝ ਪੈਸੇ ਰੱਖੇ ਗਏ ਕਿੱਥੋਂ, ਮੈਂ ਕਿੱਦਾਂ ਪਲਾਂਟ ਹੋਇਆ, ਮੈਂ ਸਭ ਦੱਸਾਂਗਾ, ਜੇ ਸਾਡੀ ਸਰਕਾਰ ਆਈ ਅਸੀਂ ਜਾਂਚ ਕਰਾ ਕੇ ਤੁਹਾਨੂੰ ਸਭ ਦੱਸ ਦਿਆਂਗੇ। ਲੇਕਿਨ ਫਿਲਹਾਲ ਉਹ ਇੱਕ ਤਰ੍ਹਾਂ ਨਾਲ ਲਾਚਾਰ, ਮਜਬੂਰ ਜੇ, ਬੇਵਸ ਜੇ ਨਜ਼ਰ ਆ ਰਹੇ ਸੀ। ਆਖਿਰ ਕਿਉਂ ਬੇਵਸ ਨਜ਼ਰ ਆ ਰਹੇ, ਇਹ ਵੀ ਵੱਡਾ ਸਵਾਲ ਆ। ਉਹ ਕਹਿੰਦੇ ਮੈਨੂੰ ਮੇਰੇ ਰਿਸ਼ਤੇਦਾਰ ਦਾ ਪਤਾ ਹੀ ਨਹੀਂ ਵੀ ਉਹਨੂੰ ਕਿੱਥੇ ਖੜਿਆ। ਇੱਕ ਕਿਸੇ ਕੁਦਰਤਦੀਪ ਦਾ ਨਾਂ ਜਦੋਂ ਪ੍ਰੈਸ ਵਾਲੇ ਪੁੱਛ ਰਹੇ ਸੀ ਤਾਂ ਉਹ ਕਹਿੰਦੇ ਕਿ ਇਹ ਕੁਦਰਤਦੀਪ ਨੂੰ ਤਾਂ ਸ਼ਾਮ ਨੂੰ ਛੱਡਤਾ, ਸਾਡੇ ਬੰਦੇ ਦੇ ਬਾਰੇ ਸਾਨੂੰ ਕੋਈ ਪਤਾ ਹੀ ਨਹੀਂ ਵੀ ਉਹਨੂੰ ਕਿੱਥੇ ਲੈ ਕੇ ਗਏ, ਜਾਂ ਬਾਕੀ ਇਹੋ ਜਿਹੀਆਂ ਵੀ ਗੱਲਾਂ। ਉਹਨਾਂ ਦੇ ਨਾਲ ਡਿਪਟੀ CM ਸੁਖਜਿੰਦਰ ਸਿੰਘ ਰੰਧਾਵਾ ਵੀ ਸਪੋਰਟ ਕਰਨ ਲਈ ਬੈਠੇ ਹੋਏ ਸੀ। ਸਵਾਲ ਇਹ ਆ ਕਿ ਕਾਂਗਰਸ ਪਾਰਟੀ ਜਿਹੜੀ ਬੜੀ ਸਮੂਥ ਅੱਗੇ ਵੱਧਦੀ ਪਈ ਸੀ, ਇੰਜ ਲੱਗਦਾ ਸੀ ਕਿ ਉਹਨਾਂ ਨੂੰ ਦੂਜਿਆਂ ਦੇ ਮੁਕਾਬਲੇ ਫਾਇਦਾ ਹੈ, ਉਹ ਇੱਕਦਮ ਬੈਕਫੁੱਟ ਤੇ ਆ ਗਈ ਆ। ਤੁਸੀਂ ਹੁਣ ਗੱਲ ਕਰ ਰਹੇ ਸੀ 3 ਪ੍ਰੈਸ ਕਾਨਫਰੰਸਾਂ ਦੀ, ਔਰ ਸੱਚਮੁੱਚ ਇੱਕ ਜਲੰਧਰ 'ਚ ਹੁੰਦੀ ਆ, ਦੂਜੀ ਨਵਜੋਤ ਸਿੰਘ ਸਿੱਧੂ ਤੇ ਸੂਰਜੇਵਾਲਾ ਸਾਹਿਬ ਕਰਦੇ ਆ, ਤੇ ਤੀਜੀ ਰੰਧਾਵਾ ਤੇ ਚੰਨੀ ਸਾਹਿਬ ਕਰ ਰਹੇ ਆ। ਹੁਣ ਤੁਸੀਂ ਉਸ ਗੱਲ ਤੇ ਆਓ ਜੀ। ਇਹ 3 ਪ੍ਰੈਸ ਕਾਨਫਰੰਸ ਦਾ ਮਕਸਦ ਇੱਕੋ ਹੀ ਸੀਗਾ। ਇੱਕ ਤੇ ਕਿਸਾਨਾਂ ਦੇ ਪ੍ਰਤੀ ਜਿਹੜੇ ਮੋਦੀ ਉਹਨਾਂ ਨੇ ਡਬਲ ਇਨਕਮ ਕਰਨ ਦੀ ਗੱਲ ਕੀਤੀ ਸੀ, ਉਸ ਮੁੱਦੇ ਨੂੰ 3 ਪ੍ਰੈਸ ਕਾਨਫਰੰਸ ਦੇ ਵਿੱਚ ਉਠਾਇਆ ਗਿਆ। ਜਦਕਿ ਤੀਜੀ ਪ੍ਰੈਸ ਕਾਨਫਰੰਸ ਚੰਨੀ ਔਰ ਰੰਧਾਵਾ ਉਹਨਾਂ ਦੀ ਸੀ, ਉਹ ਸਿਰਫ ਈਡੀ ਦੀ ਰੇਡ ਦੇ ਉੱਤੇ ਸੀਗੀ। ਅੰਮ੍ਰਿਤਸਰ ਦੇ ਵਿੱਚ ਜਦ ਈਡੀ ਦੀ ਰੇਡ ਦੇ ਉੱਤੇ ਪੱਤਰਕਾਰਾਂ ਨੇ ਸਵਾਲ ਪੁੱਛੇ ਤੇ ਇਹੀ ਕਿਹਾ ਗਿਆ ਕਿ ਬਈ ਐਦਾਂ ਦੀ ਹਰਕਤ ਵੈਸਟ ਬੰਗਾਲ ਦੇ ਵਿੱਚ ਵੀ ਹੋਈ ਸੀ, ਮਹਾਰਾਸ਼ਟਰ ਦੇ ਵਿੱਚ ਵੀ ਹੋਈ ਸੀ, ਔਰ ਜਿੱਥੇ ਇਹ ਸਾਰੀ ਗੱਲਾਂ ਉਹਨਾਂ ਨੂੰ ਪੁੱਠੀਆਂ ਪਈਆਂ। ਵੈਸਟ ਬੰਗਾਲ ਦੇ ਵਿੱਚ ਤੁਸੀਂ ਦੇਖੋ ਕਿ ਮਮਤਾ ਬੈਨਰਜੀ ਦੇ ਭਤੀਜੇ, ਉਹਨਾਂ ਦੇ ਖਿਲਾਫ ਵੀ ਇਸ ਤਰ੍ਹਾਂ ਦੇ ਕੋਲ ਮਾਈਨਿੰਗ ਦੇ ਈਡੀ ਨੇ ਰੇਡ ਪਾਈ ਸੀ।
ਹਾਲਾਂਕਿ ਰੰਧਾਵਾ ਜੀ ਇਹ ਗੱਲ ਅਸੀਂ ਮੰਨਦੇ ਹਾਂ ਕਿ ਇਲੈਕਸ਼ਨਾਂ ਦੇ ਵਿੱਚ ਈਡੀ ਦਾ ਰੋਲ ਹੁਣ ਬਹੁਤ ਵੱਧ ਗਿਆ ਹੈ। ਇੱਕ ਈਸੀ ਦਾ ਰੋਲ ਵੱਧ ਗਿਆ, ਇੱਕ ਈਡੀ ਦਾ ਰੋਲ ਮਰ ਗਿਆ। ਮਤਲਬ ਈਸੀ ਇਲੈਕਸ਼ਨ ਕਮਿਸ਼ਨ, ਈਡੀ ਐਨਫੋਰਸਮੈਂਟ ਡਾਇਰੈਕਟੋਰੇਟ। ਐਨਫੋਰਸਮੈਂਟ ਡਾਇਰੈਕਟੋਰੇਟ ਦਾ ਇਲੈਕਸ਼ਨ ਤੋਂ ਠੀਕ ਪਹਿਲੇ ਐਕਟਿਵ ਹੋਣਾ, ਕਿਉਂਕਿ ਗੈਰ ਰਸਮੀ ਤੌਰ ਤੇ ਜਦ ਮੇਰੀ ਈਡੀਆਈ ਦੀ ਅਫੀਸ਼ੀਅਲਸ ਨਾਲ ਗੱਲ ਹੋਈ ਸੀ, ਆ ਜਿਹੜੀ ਲਿਸਟ ਹੈਗੀ ਹੈ ਨਾ, ਜਿਸ ਲਿਸਟ ਦੇ ਉੱਤੇ, ਜਿਸ ਗੱਲ ਦੇ ਉੱਤੇ ਜੇ ਇਹ ਤਿਆਰ ਕੀਤੀ ਗਈ ਹੈ ਕਿ ਵੀ ਕੌਣ ਰੇਤਾ ਦਾ ਕਾਰੋਬਾਰ ਕਰਦਾ ਸੀਗਾ, ਉਹ ਈਡੀ ਨੇ ਇੱਕ ਵਾਰ ਤਿਆਰ ਕੀਤੀ ਸੀ। ਤਕਰੀਬਨ 46 ਕੁ ਨਾਮ ਸੀਗੇ ਉਹਦੇ ਵਿੱਚ ਬੜੇ ਵੱਡੇ ਸਿਆਸੀ ਆਗੂਆਂ ਦੇ ਵੀ ਨਾਂ ਸੀਗੇ, ਔਰ ਉਹਨਾਂ ਆਗੂਆਂ ਦੇ ਨਾਂ ਵਿੱਚੋਂ ਇੱਕ ਜਿਹੜਾ ਨਾਂ ਅੱਜ ਉਜਾਗਰ ਹੋ ਰਿਹਾ ਹੈ, ਉਹ ਵੀ ਨਾਂ ਉਸ ਲਿਸਟ ਦੇ ਵਿੱਚ ਬੜੀ ਪ੍ਰਮੁਖਤਾ ਨਾਲ ਸੀਗਾ। ਔਰ ਉਹ ਫਾਈਲਾਂ ਕੈਪਟਨ ਅਮਰਿੰਦਰ ਸਿੰਘ ਜਦੋਂ ਬੀਜੇਪੀ ਦੇ ਨਾਲ ਹੱਥ ਮਿਲਾਉਂਦੇ ਨੇ, ਤੇ ਪੋਲੀਟੀਕਲ ਸਰਕਲਸ ਦੇ ਵਿੱਚ ਇਹ ਗੱਲ ਬੜੀ ਆਮ ਹੈ ਕਿ ਉਹ ਫਾਈਲ, ਉਹ ਲਿਸਟ, ਬਲਕਿ 46 ਫਾਈਲਾਂ ਉਹ ਵੀ ਨਾਲ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ, ਯਾਨੀ ਅਮਿਤ ਸ਼ਾਹ ਉਹਨਾਂ ਨੂੰ ਫੜਾ ਦਿੱਤੀ ਸੀ। ਕਾਰਵਾਈ ਹੁਣ ਹੋਣੀ ਸ਼ੁਰੂ ਹੋਈ ਹੈ, ਕੁਝ ਤੇ ਪਹਿਲੇ ਹੋ ਗਈ ਸੀ, ਕੁਝ ਦੇ ਦਰਵਾਜ਼ੇ ਖਟਕਾ ਕੇ ਇਹ ਬਾਹ ਮਰੋੜੀ ਜਾ ਚੁੱਕੀ ਸੀਗੀ ਕਿ ਵੀ ਸਿੱਧਾ ਹੱਥ ਉੱਤੇ ਕਰਕੇ ਆ ਜਾਓ, ਨਹੀਂ ਤੇ ਫਿਰ ਸਾਨੂੰ ਲਿਆਣਾ ਆਂਦਾ ਹੈ। ਪਰ ਗੱਲ ਹੁਣ ਗਾਂ ਲੰਘ ਗਈ ਜਦ ਪ੍ਰਧਾਨ ਮੰਤਰੀ ਦਾ ਉਹ ਦੌਰਾ 5 ਜਨਵਰੀ ਦਾ, ਜਿਹਦੇ ਵਿੱਚ ਚੰਨੀ ਉਹਨਾਂ ਕਿਸੇ ਨਾ ਕਿਸੇ ਜਗ੍ਹਾ ਐਜ ਲੈਂਦੇ ਹੋਏ ਨਜ਼ਰ ਆ ਰਹੇ ਸੀ ਕਿ ਵੀ ਜੋ ਪ੍ਰਧਾਨ ਮੰਤਰੀ ਦਾ ਪੰਜਾਬ ਸਰਕਾਰ ਦੇ ਉੱਤੇ ਹਮਲਾ ਸੀਗਾ ਕਿ ਆਪਣੇ ਮੁੱਖ ਮੰਤਰੀ ਕੋ ਕਹਿ ਦੇਣਾ ਕਿ ਮੈਂ ਜਿੰਦਾ ਵਾਪਸ ਜਾ ਰਹਾ ਹੂੰ, ਉਹ ਸਿੱਧਾ ਅਟੈਕ ਮੁੱਖ ਮੰਤਰੀ ਦੇ ਉੱਤੇ ਸੀਗਾ। ਹਾਲਾਂਕਿ ਉਸ ਟਾਈਮ ਕੋਈ ਇਨਵੈਸਟੀਗੇਸ਼ਨ ਨਹੀਂ ਹੋਈ ਸੀ, ਔਰ ਇਹ ਵੀ ਗੱਲ ਸਾਹਮਣੇ ਨਹੀਂ ਆਈ ਸੀ ਵੀ ਕਿਸੇ ਤਰੀਕੇ ਦਾ ਕੋਈ ਅਟੈਕ ਪ੍ਰਧਾਨ ਮੰਤਰੀ ਦੇ ਉੱਤੇ ਹੋਇਆ ਹੋਏ। ਪਰ ਜਿਹੜੀ ਉਹ ਗੱਲ ਸੀ, ਉਸ ਤੋਂ ਬਾਅਦ ਮੁੱਖ ਮੰਤਰੀ ਦਾ ਜਵਾਬ ਦੇਣਾ ਔਰ ਮੁੱਖ ਮੰਤਰੀ ਦਾ ਕਿਸੇ ਨਾ ਕਿਸੇ ਜਗ੍ਹਾ ਪੋਲੀਟੀਕਲ ਐਜ ਲੈ ਕੇ ਜਾਣਾ, ਉਹਦਾ ਖਮਿਆਜ਼ਾ ਵੀ ਅੱਜ ਭੁਗਤਣਾ ਪੜ ਸਕਦਾ ਹੈ। ਔਰ ਜਿਹਦਾ ਜ਼ਿਕਰ ਮੁੱਖ ਮੰਤਰੀ ਆਪ ਕਹਿ ਰਹੇ ਨੇ ਕਿ ਵੀ ਸਾਰੀ ਜਿਹੜੀ ਗਾਜ ਹੈ ਉਹ ਮੇਰੇ ਤੇ ਗਿਰ ਰਹੀ ਹੈ। ਪਰ ਜਦ ਉਹ ਕਹਿੰਦੇ ਨੇ ਨਾ ਕਿ ਮੇਰੇ ਨੂੰ ਇਲੈਕਸ਼ਨ ਲੜਨ ਤੋਂ ਵੀ ਰੋਕਿਆ ਜਾ ਰਿਹਾ, ਮੈਂ ਕਾਗਜ਼ ਨਹੀਂ ਭਰ ਪਾ ਰਿਹਾ, ਤੇ ਉਹ ਕਿਸੇ ਨਾ ਕਿਸੇ ਜਗ੍ਹਾ 2-4 ਦਿਨਾਂ ਦੇ ਵਿੱਚ ਕੁਝ ਏਦਾਂ ਦਾ ਹੋਣ ਵਾਲਾ ਹੈ ਜਿਹਦੇ ਰਾਹੀਂ ਜਿਹੜੀ ਉਹਨਾਂ ਦੀ ਅੱਜ ਕੀਤੀ ਹੋਈ ਗੱਲਾਂ ਸੱਚ ਹੋ ਸਕਦੀ ਹੈ। ਪਰ ਜੇ 10 ਕਰੋੜ 10.5 ਕਰੋੜ ਉਹਨਾਂ ਦੇ ਰਿਸ਼ਤੇਦਾਰ ਦੇ ਘਰੋਂ ਮਿਲਿਆ, ਇਸ ਗੱਲ ਦਾ ਵੀ ਜਵਾਬ ਦੇਣਾ ਪਏਗਾ। ਔਰ ਜਵਾਬ ਜੋ ਦੇ ਰਹੇ ਨੇ ਕਿ ਸਾਡੀ ਸਰਕਾਰ ਆਏਗੀ, ਫਿਰ ਅਸੀਂ ਇਨਵੈਸਟੀਗੇਸ਼ਨ ਕਰਾਵਾਂਗੇ, ਫਿਰ ਦੱਸਾਂਗੇ ਵੀ ਕਿਸ ਤਰ੍ਹਾਂ 10 ਕਰੋੜ 10.5 ਕਰੋੜ ਰੱਖਿਆ ਗਿਆ। ਲੋਕਾਂ ਨੂੰ ਇਹਨਾਂ ਗੱਲਾਂ ਦੇ ਉੱਤੇ ਬਹੁਤਾ ਵਿਸ਼ਵਾਸ ਨਹੀਂ ਹੋ ਰਿਹਾ। ਹਾਂ, ਉਹਨਾਂ ਦੀ ਇੱਕ ਥਿਊਰੀ ਚੱਲ ਸਕਦੀ ਹੈ ਕਿ ਵੀ ਦੇਖੋ ਜੀ ਈਡੀ ਧੱਕਾ ਕਰ ਰਹੀ ਹੈ, ਕਿਉਂਕਿ ਈਡੀ ਪਹਿਲੇ ਧੱਕਾ ਕਰਦੀ ਰਹੀ ਹੈ। ਜੇ ਵਿਕਰਮ ਮਜੀਠੀਆ ਦਾ ਕੇਸ ਦੇਖੋ ਡਰੱਗ ਵਾਲਾ, ਤੇ ਪੰਜਾਬ ਪੁਲਿਸ ਨੇ ਜਿਹੜੀ FIR ਦਰਜ ਕੀਤੀ, ਉਹ ਸਾਰੀ ਦੀ ਸਾਰੀ ਇਨਵੈਸਟੀਗੇਸ਼ਨ, ਸਾਰੀ ਦੀ ਸਾਰੀ ਸਟੇਟਮੈਂਟਸ ਉਹ ਈਡੀ ਦੀ ਹੀ ਲੱਗੀ ਹੋਈ ਸੀ। ਪੰਜਾਬ ਨੇ ਭਾਵੇਂ ਹਰਪ੍ਰੀਤ ਸਿੱਧੂ ਉਹਨਾਂ STF ਦੇ ਚੀਫ ਤੇ ਸੀਗੇ, ਉਹਨਾਂ ਨੇ ਸਿਰਫ ਆਖਰੀ ਪੰਨੇ ਦੇ ਉੱਤੇ ਕੁਝ ਲਿਖ ਕੇ ਬਾਕੀ ਸਾਰੀ ਈਡੀ ਦੀ ਰਿਪੋਰਟ ਪੇਸ਼ ਕਰਤੀ ਕੋਰਟ ਦੇ ਵਿੱਚ। ਪਰ ਉਸ ਈਡੀ ਜਿਹਦੀ ਰਿਪੋਰਟ ਦੇ ਬੇਸ ਤੇ ਪੰਜਾਬ ਪੁਲਿਸ FIR ਕਰਦੀ ਹੈ, ਈਡੀ ਉਸ ਇਨਵੈਸਟੀਗੇਸ਼ਨ ਨੂੰ ਅੱਗੇ ਕਿਉਂ ਨਹੀਂ ਵਧਾਉਂਦੀ? ਉਹਦੇ ਪੋਲੀਟੀਕਲ ਕਾਰਨ ਸੀਗੇ, ਇਹ ਸਾਰਿਆਂ ਨੂੰ ਪਤਾ ਹੈ ਕਿ ਜਿਸ ਤਰੀਕੇ ਨਾਲ ਭਾਈਵਾਲ ਸਰਕਾਰ ਹੁੰਦੀ ਸੀ, NDA ਦੇ ਵਿੱਚ ਅਕਾਲੀ ਦਲ ਵੀ ਪਾਰਟਨਰ ਸੀਗਾ, ਇਸ ਕਰਕੇ ਉਸ ਇਨਵੈਸਟੀਗੇਸ਼ਨ ਨੂੰ ਅੱਗੇ ਨਹੀਂ ਤੋਰਿਆ ਗਿਆ। ਹੁਣ ਇਸ ਇਨਵੈਸਟੀਗੇਸ਼ਨ ਨੂੰ ਬਾਹ ਮਰੋੜਨ ਤੱਕ ਹੀ ਸੀਮਿਤ ਰੱਖਿਆ ਜਾਏਗਾ ਜਾਂ ਫਿਰ ਕੱਟੀ ਕੱਟਾ ਕੱਟ ਦੇਣਗੇ, ਇਹ ਵੀ ਦੇਖਣ ਵਾਲੀ ਗੱਲ ਹੈਗੀ ਹੈ ਕਿ ਇਹ ਇਲੈਕਸ਼ਨ ਦੇ ਵਿੱਚ ਇੱਕ ਵੱਡਾ ਇਸ਼ੂ ਬਣੇਗਾ। ਔਰ ਉਹ ਅਗਰ ਕੋਈ ਸਬੂਤ ਮੁੱਖ ਮੰਤਰੀ ਦੇ ਖਿਲਾਫ ਈਡੀ ਪੇਸ਼ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ, ਤੇ ਮੈਨੂੰ ਲੱਗਦਾ ਹੈ ਕਿ ਕਾਂਗਰਸ ਨੂੰ ਵੀ ਔਰ ਮੁੱਖ ਮੰਤਰੀ ਨੂੰ ਵੀ ਬੜੀ ਤਕਲੀਫ ਹੋਣ ਵਾਲੀ। ਬਿਲਕੁਲ, ਤੁਹਾਨੂੰ ਯਾਦ ਹੈ ਕਿ ਜਦੋਂ ਅਸੀਂ ਗੱਲ ਕਰ ਰਹੇ ਸੀਗੇ ਬੀਜੇਪੀ ਦੇ ਵਿੱਚ ਜਾਣ ਲਈ ਕੁਝ ਪੋਲੀਟੀਸ਼ੀਅਨ ਦਾ ਜ਼ਿਕਰ ਹੋ ਰਿਹਾ ਸੀਗਾ, ਅਸੀਂ ਨਾਂ ਨਹੀਂ ਲੈਂਦੇ, ਨਾ ਲੈਣਾ ਚੰਗਾ, ਨਾ ਲਵਾਂਗੇ ਹੀ, ਲੇਕਿਨ ਜਦੋਂ ਇਹ ਜ਼ਿਕਰ ਹੋ ਰਿਹਾ ਸੀ ਤੇ ਇੱਕ ਬਹੁਤ ਵੱਡੇ ਸਾਬਕਾ ਅਧਿਕਾਰੀ ਈਡੀ ਦੇ ਇਹ ਕਹਿੰਦੇ ਸੀ ਕਿਸ ਪੋਲੀਟੀਸ਼ੀਅਨ ਦੀ ਫਾਈਲ ਨਹੀਂ ਹੈਗੀ ਕੇਂਦਰੀ ਏਜੰਸੀਆਂ ਕੋਲੇ, ਕਿੰਨੇ ਹੱਥ ਨਹੀਂ ਰੰਗੇ, ਬਹੁਤ ਸਾਰੇ ਲੋਕ, ਅਸੀਂ ਸਾਰਿਆਂ ਨੂੰ ਇੱਕ ਰੱਸੇ ਨਹੀਂ ਬਣ ਰਹੇ ਕਿ ਸਾਰੇ ਹੀ ਵੱਖ-ਵੱਖ ਤਰ੍ਹਾਂ ਦੇ ਇਲੀਗਲ ਜਾਂ ਬਾਕੀ ਚੀਜ਼ਾਂ ਦੇ ਵਿੱਚ ਮੁਲਵਸ ਨੇ, ਪਰ ਬਹੁਗਿਣਤੀ ਸੱਤਾਧਾਰੀ ਭਾਵੇਂ ਕਿਸੇ ਵੀ ਧਿਰ ਦਾ ਹੈ, ਕਦੇ ਵੀ ਸੱਤਾ ਮਾਣੀ ਆ, ਉਹਦੇ ਕੋਈ ਨਾ ਕੋਈ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ ਹੱਥ ਸ਼ਾਮਲ ਰਹੇ ਆ, ਇਹ ਗੱਲਾਂ ਦਾਅਵਾ ਕੀਤੀਆਂ ਜਾਂਦੀਆਂ ਔਰ ਇਹ ਆਪ ਹੀ ਇੱਕ ਦੂਜੇ ਤੇ ਦੋਸ਼ ਲਾਉਂਦੇ ਆ। ਸੋ ਕੋਈ ਇੱਥੇ ਦੋ ਧੋਤਾ ਨਹੀਂ, ਇਸ ਹਮਾਮ ਦੇ ਵਿੱਚ ਸਾਰੇ ਨੰਗੇ ਨੇ। ਹੁਣ ਵੇਖਣ ਵਾਲੀ ਗੱਲ ਆ ਕਿ ਕੌਣ ਫਸ ਜਾਂਦਾ ਤੇ ਕੌਣ ਬਚ ਜਾਂਦਾ। ਕਹਿੰਦੇ ਸਾਧ ਸਾਰੇ ਜਦੋਂ ਫਸ ਗਿਆ ਚੋਰ ਉਸ ਦਿਨ। ਸੋ ਇਹ ਅਹਿਮ ਸਵਾਲ ਆ ਕਿ ਜੇਕਰ ਮੁੱਖ ਮੰਤਰੀ ਸਾਹਿਬ ਦੇ ਕਰੀਬੀ ਰਿਸ਼ਤੇਦਾਰ ਦੇ ਘਰੋਂ ਪੈਸੇ ਫੜ ਲਏ ਜਾਂਦੇ ਨੇ ਤਾਂ ਇਹਦੇ ਸੰਬੰਧੀ ਜਸਟੀਫਿਕੇਸ਼ਨ ਕੀ ਆ? ਕਿ ਜੇਕਰ 2018 ਦੇ ਵਿੱਚ ਕੋਈ ਕੇਸ ਅੱਗੇ ਨਹੀਂ ਵਧਿਆ
ਜੇ ਕੈਪਟਨ ਅਮਰਿੰਦਰ ਸਿੰਘ ਨੇ ਕੇਸ ਦਰਜ ਕਰਕੇ ਬਾਅਦ ਦੇ ਵਿੱਚ ਕਾਰਵਾਈ ਨਹੀਂ ਕੀਤੀ, ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ ਮੇਰੇ ਉਸ ਭਾਣਜੇ ਜਾਂ ਭਤੀਜੇ ਦਾ ਵਿੱਚ ਨਾ ਹੀ ਹੈ ਨਹੀਂ ਉਸ FIR 'ਚ, ਉਹ ਬਾਰ-ਬਾਰ ਲਹਿਰਾਉਂਦੇ ਆ ਪੇਪਰ, ਉਹ ਕਹਿੰਦੇ ਦੇਖੋ ਉਸ ਬੰਦੇ ਦਾ ਸਾਡੇ ਦਾ ਤੇ ਉਹਦੇ 'ਚ ਨਾ ਹੀ FIR 'ਚ ਹੈ ਨਹੀਂ। ਪਰ ਜੇਕਰ FIR ਦੇ ਵਿੱਚ ਨਾ ਵੀ ਹੋਵੇ ਤਾਂ ਇਹ ਜ਼ਰੂਰੀ ਤਾਂ ਨਹੀਂ ਕਿ ਬੰਦਾ ਕਿਸੇ ਹੋਰ ਜਿਹੜੀ ਨਜਾਇਜ਼ ਮਾਈਨਿੰਗ ਸਮੇਤ ਕਿਸੇ ਹੋਰ ਐਕਟੀਵਿਟੀ 'ਚ ਮੁਲਵਸ ਨਹੀਂ। ਇਹਦੀ ਗੱਲ ਦੀ ਕੀ ਤੁਸੀਂ ਸਫਾਈ ਜਾਂ ਸਬੂਤ ਦਿਓਗੇ? ਜੇ ਫੜਿਆ ਗਿਆ ਬੰਦਾ, ਜਾਂ ਤਾਂ ਇਹ ਸਾਬਤ ਹੋਵੇ, ਜਾਂ ਤਾਂ ਇਹ ਹੁਣ ED ਜਾਂ ਜਿਹੜੀ ਵੀ ਅਥਾਰਟੀ ਨੇ ਫੜੇ ਆ ਪੈਸੇ ਉਹ ਦੱਸੇ, ਉਹਨਾਂ ਕੋਲ ਵੀਡੀਓਗ੍ਰਾਫੀ ਕੀਤੀ ਆ, ਕੀ ਆ ਕਿਵੇਂ ਆ, ਉੱਥੇ ਕੌਣ ਪੈਸੇ ਰੱਖ ਗਿਆ। ਇਹ ਬਹੁਤ ਸਾਰੀਆਂ ਥਿਊਰੀਜ਼ ਹੋਣਗੀਆਂ, ਪਰ ਮੋਟੇ ਤੌਰ ਤੇ ਮੰਨਣ ਵਾਲੀ ਗੱਲ ਆ, ਕਹਿੰਦੇ ਆ ਕਿ ਜਿਸ ਹਾਊਸਿੰਗ ਸੁਸਾਇਟੀ ਦੇ ਵਿੱਚ ਇਹ ਸਭ ਵਾਪਰਦਾ ਹੈ, ਜਿੱਥੇ ਇਹ ਰੇਡ ਹੁੰਦੀ ਆ, ਉੱਥੇ ਵੱਡੀਆਂ ਗੱਡੀਆਂ ਦੇ ਕਾਫਲੇ ਆਮ ਆਉਂਦੇ ਸੀ, ਉੱਥੇ ਬਹੁਤ ਸਾਰੀਆਂ ਹੂਟਰ ਮਾਰਦੀਆਂ ਗੱਡੀਆਂ ਆਉਂਦੀਆਂ ਸੀ ਅਫਸਰਾਂ ਦੀਆਂ। ਉਸ ਕਲੋਨੀ ਦੇ ਵਿੱਚੋਂ ਕਈ ਲੋਕ ਨਾ ਲੈਣ ਦੀ ਸ਼ਰਤ ਤੇ ਦੱਸਦੇ ਆ ਕਿ ਇੱਥੇ ਬਹੁਤ VVI ਐਕਟੀਵਿਟੀ ਰਹਿੰਦੀ ਸੀ, ਕਿ VVIP ਐਕਟੀਵਿਟੀ ਰਹਿੰਦੀ ਸੀ। ਸਵਾਲ ਤਾਂ ਭਾਸਕਰ ਸਾਹਿਬ ਉੱਠਦੇ ਨੇ, ਭਾਵੇਂ ਕੋਈ ਸਧਾਰਨ ਕਰਦਾ ਹੈ ਤੇ ਭਾਵੇਂ ਕੋਈ ਲੈਂਡਲੋਰਡ ਹੈ ਤੇ ਭਾਵੇਂ ਕੋਈ ਬੁਲੰਦ ਅਸਮਾਨੀ ਹਸਤੀ ਹੈ, ਸਵਾਲ ਤਾਂ ਇਹ ਹੈ ਕਿ ਜੇ ਕੋਈ ਗਲਤ ਕਰਦਾ ਫੜਿਆ ਜਾਂਦਾ ਜਾਂ ਗਲਤ ਕਰ ਰਿਹਾ ਤਾਂ ਉਹਨੂੰ ਸਿਆਸਤ ਵਿੱਚ ਜਵਾਬਦੇਹ ਤਾਂ ਹੋਣਾ ਪਊਗਾ। ਇਹ ਮੁੱਖ ਮੰਤਰੀ ਸਾਹਿਬ ਨੂੰ ਕਲੀਅਰ ਕਰਨਾ ਹੀ ਪਊਗਾ, ਔਰ BJP ਨੂੰ ਇਹ ਸਾਬਤ ਕਰਨਾ ਪਊਗਾ ਕੇਂਦਰ ਸਰਕਾਰ ਨੂੰ ਕਿ ਉਹ ਇਸ ਤਰ੍ਹਾਂ ਦੀ ਬਦਲਾਖੋਰੀ ਜਾਂ ਡਰਾਉਣ ਦੀ ਕਾਰਵਾਈ ਨਹੀਂ ਕਰ ਰਹੀ। ਸੱਚਮੁੱਚ ਇਹਦੇ ਵਿੱਚ ਅਸਲੀਅਤ ਸੀ। ਜੇ ਇੱਥੇ ਅਸਲੀਅਤ ਆ ਤੇ ਬਾਕੀ ਜੇ ਹੋਰ ਵੀ ਕੋਈ ਸ਼ਾਮਲ ਨੇ ਤਾਂ ਫਿਰ ਚੁਣ ਕੇ, ਮਤਲਬ ਤੁਸੀਂ ਚੂਜ਼ ਕਿਉਂ ਕਰਦੇ ਹੋ? ਇਹ ਤੁਸੀਂ ਚੁਣ ਕੇ ਕਿਉਂ ਚੁੱਕਦੇ ਹੋ? ਫਿਰ ਤੁਸੀਂ ਖੁੱਲੇ ਤੌਰ ਤੇ ਪੂਰੇ ਪੰਜਾਬ ਦੇ ਵਿੱਚ ਜਿੱਥੇ ਦਰਿਆ ਵਗਦੇ ਆ, ਨਜਾਇਜ਼ ਮਾਈਨਿੰਗ ਹੋਈ ਆ, ਉੱਥੇ ਸਾਰੀ ਜਗ੍ਹਾ ਇੱਕੋ ਵੇਲੇ 500-700 ਟੀਮ ਇਕੱਠੀ ਭੇਜ ਕੇ ਕਿਉਂ ਨਹੀਂ ਕਾਰਵਾਈ ਕਰ ਲੈਂਦੇ? ਇਹ ਬਹੁਤ ਵੱਡਾ ਸਵਾਲ ਆ। ਭਾਸਕਰ ਸਾਹਿਬ, ਇਸ ਵੇਲੇ ਜੇ ਤੁਸੀਂ ਇਸ ਗੱਲ ਨੂੰ ਇੰਜ ਲਓ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਹੁਣ ਕੇਂਦਰ ਤੇ ਸਟੇਟ ਗਵਰਨਮੈਂਟ ਆਮਣੇ ਸਾਹਮਣੇ ਹੋ ਗਈ ਆ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ, ਸ਼ਾਹ ਮੁਹੰਮਦ ਲਿਖਦਾ ਸੀ। ਪਰ ਮੈਨੂੰ ਇੱਕ ਫੌਜ ਇੱਥੇ ਥੋੜੀ ਉਦਾਸੀ ਜੀ ਲੱਗੀ ਅੱਜ। ਚਲੋ ਛੱਡ ਦਈਏ, ਟਿੱਪਣੀ ਨਹੀਂ ਕਰਦੇ। ਤੁਹਾਨੂੰ ਲੱਗਦਾ ਨਵਜੋਤ ਸਿੰਘ ਸਿੱਧੂ ਨੂੰ ਇੱਕ ਵਾਰੀ ਫਿਰ ਪੈਂਤੜਾ ਮੱਲਣ ਲਈ ਮੌਕਾ ਮਿਲ ਗਿਆ? ਬਿਲਕੁਲ ਜਿੱਦਾਂ ਨਵਜੋਤ ਸਿੰਘ ਸਿੱਧੂ ਕਾਫੀ ਦਿਨਾਂ ਤੋਂ ਕਾਫੀ ਥੱਲੇ ਨਜ਼ਰ ਆ ਰਹੇ ਸੀਗੇ, ਔਰ ਏਦਾਂ ਲੱਗਦਾ ਸੀਗਾ ਵੀ ਸਰਕਾਰ ਜਾਂ ਫਿਰ ਕਾਂਗਰਸ ਹਾਈ ਕਮਾਂਡ ਇਸ ਟਾਈਮ ਪੂਰੇ ਮੂਡ ਦੇ ਵਿੱਚ ਹੈਗੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਜਾਣ ਤੋਂ ਬਾਅਦ ਜਿਸ ਤਰੀਕੇ ਨਾਲ ਚੰਨੀ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀਗਾ, ਤੇ ਇਹਨਾਂ ਦੇ ਹੀ ਚਿਹਰੇ ਨੂੰ ਅੱਗੇ ਪ੍ਰੋਜੈਕਟ ਕੀਤਾ ਜਾਏ। ਹਜੇ ਤੇ ਪੋਸਟਰ ਬਣ ਹੀ ਰਹੇ ਸੀਗੇ, ਗੱਲਾਂ ਚੱਲ ਹੀ ਰਹੀ ਸੀ, ਪਰ ਜਿਹੜਾ ਚੰਨੀ ਉਹਨਾਂ ਦੇ ਰਿਸ਼ਤੇਦਾਰ ਦੇ ਰੇਡ ਪਾਈ ਹੈ ਨਾ, ਉਹਦੇ ਤੋਂ ਹੁਣ ਚੰਨੀ ਉਹਨਾਂ ਇਸ ਰੇਸ ਦੇ ਵਿੱਚ ਕਾਫੀ ਪਿੱਛੇ ਨਜ਼ਰ ਆਉਂਦੇ ਨੇ। ਜਿੱਦਾਂ ਗੱਲਾਂ ਚੱਲ ਰਹੀ ਹੈ ਕਿ ਬੜੀ ਛੇਤੀ ਕੁਝ ਸਬੂਤ ਵੀ ਆਣੇ ਵਾਲੇ ਨੇ। ਔਰ ਅੱਜ ਕਾਫੀ ਸਾਰੇ ਪੋਲੀਟੀਸ਼ੀਅਨ, ਮੈਨੂੰ ਵੀ ਕਈਆਂ ਦੇ ਫੋਨ ਆਏ ਜਿਹਦੇ ਵਿੱਚ ਇਹ ਗੱਲ ਕਹੀ ਗਈ ਕਿ ਕੋਈ ਚੰਡੀਗੜ੍ਹ ਦੇ ਵਿੱਚ ਕੋਈ ਪਿੰਡ ਹੈਗਾ ਲਾਗੇ ਛਾਗੇ, ਪੰਡੋਲੀ ਏਦਾਂ ਦਾ ਕੋਈ ਪਿੰਡ ਸੀਗਾ, ਉਸ ਪਿੰਡ ਦੇ ਵਿੱਚ ਕਾਫੀ ਸਾਰੀ ਪ੍ਰਾਪਰਟੀਆਂ ਲਿੱਤੀ ਗਈ ਹੈ ਔਰ ਸ਼ਾਮਲਾਟ ਜ਼ਮੀਨ ਦੀ ਇੱਧਰ ਉੱਧਰ ਕੀਤਾ ਗਿਆ ਕੰਮ। ਉਹਦੇ ਪਿੱਛੇ ਵੀ ਕਹਿੰਦੇ ਨੇ ਕਿ ਵੀ ਵੱਡੇ ਪੋਲੀਟੀਸ਼ੀਅਨ ਜੋ ਇਸ ਰੇਟ ਦੇ ਵਿੱਚ ਵੀ ਇੰਡੀਕੇਸ਼ਨ ਮਿਲ ਰਿਹਾ ਉਹ ਸ਼ਾਮਿਲ ਸੀ। ਇੱਕ ਨਵੇਂ ਨਿਊ ਚੰਡੀਗੜ੍ਹ ਦੇ ਵਿੱਚ ਇੱਕ ਐਡਰੈਸ ਨਾਂ ਦੀ ਮਲਟੀ ਸਟੋਰੀ ਬਿਲਡਿੰਗ ਹੈਗੀ ਹੈ, ਕਾਫੀ ਸ਼ਾਨਦਾਰ ਬਿਲਡਿੰਗ ਹੈਗੀ ਹੈ, ਔਰ ਬਿਲਡਿੰਗ ਦਾ ਨਾਂ ਵੀ ਐਡਰੈਸ ਹੈ। ਉਸ ਬਿਲਡਿੰਗ ਦੇ ਉੱਤੇ ਵੀ ਕਾਫੀ ਉਂਗਲੀਆਂ ਉਠਾਈ ਜਾ ਰਹੀਆਂ ਕਿ ਵੀ ਉਹ ਕਿਹਦੀ ਹੈ, ਔਰ ਇਸ਼ਾਰਾ ਤੁਹਾਨੂੰ ਪਤਾ ਹੈ ਜਿੱਥੇ ਅੱਜ ਇਸ਼ਾਰੇ ਚੱਲ ਰਹੇ ਨੇ ਉਹ ਵੀ ਇਸ਼ਾਰਾ ਉੱਥੇ ਚੱਲ ਰਿਹਾ ਹੈ। ਔਰ ਮੈਨੂੰ ਇਹ ਲੱਗਦਾ ਹੈ ਕਿ ਭਾਵੇਂ ਚੰਨੀ ਉਹਨਾਂ ਹੋਣ, ਭਾਵੇਂ ਉਹ ਜਿਹੜੇ ਸੁਖਬੀਰ ਬਾਦਲ ਉਹਨਾਂ ਹੋਣ ਜਾਂ ਕੈਪਟਨ ਅਮਰਿੰਦਰ ਸਿੰਘ ਹੋਣ, ਸਾਰਿਆਂ ਨੂੰ ਇਸ ਗੱਲ ਦੀ ਕੰਸੋ ਹੈਗੀ ਹੈ ਕਿ ਕੌਣ ਕਿੰਨੇ ਪਾਣੀ 'ਚ ਹੈਗਾ। ਤੁਹਾਨੂੰ ਯਾਦ ਹੋਏਗਾ ਜਦ ਸੁਖਬੀਰ ਉਹਨਾਂ ਪਿਛਲੀ 2-3 ਪ੍ਰੈਸ ਕਾਨਫਰੰਸ ਦੇ ਵਿੱਚ ਚੰਨੀ ਉਹਨਾਂ ਨੂੰ ਸਭ ਤੋਂ ਵੱਡਾ ਮਾਫੀਆ ਕਹਿੰਦੇ ਸੀਗੇ, ਭੂ ਮਾਫੀਆ ਜਾਂ ਫਿਰ ਇਲੀਗਲ ਮਾਈਨਿੰਗ ਦਾ ਮਾਫੀਆ। ਅੱਜ ਉਹਨਾਂ ਦੀ ਆਵਾਜ਼ ਦੇ ਵਿੱਚ ਦਮ ਜ਼ਿਆਦਾ ਸੀਗਾ ਜਦ ਉਹ ਕਹਿੰਦੇ ਨੇ ਕਿ ਅਸੀਂ ਤੇ ਪਹਿਲੇ ਹੀ ਕਹਿੰਦੇ ਸੀਗੇ ਸਭ ਤੋਂ ਵੱਡਾ ਮਾਫੀਆ ਹੈਗਾ। ਔਰ ਦੂਜਾ, ਜਿਹੜੇ ਚੰਨੀ ਉਹਨਾਂ ਦੀ ਪਹਿਲੇ ਕਦੀ ਇਸ ਤਰ੍ਹਾਂ ਦੀ ਗੱਲਾਂ ਨਹੀਂ ਹੋਈ, ਇਹ ਵੀ ਕੋਈ ਲੱਗਦਾ ਨਹੀਂ ਕਿ ਵੀ ਪਹਿਲੇ ਵੀ ਇਹ ਗੱਲਾਂ ਚੱਲਦੀ ਰਹੀ ਹੈ ਕਿ ਜਿਸ ਤਰ੍ਹਾਂ ਮੈਂ ਪਹਿਲੇ ਕਿਹਾ ਕਿ 2018 ਦੇ ਵਿੱਚ ਜਦ ਕੈਪਟਨ ਅਮਰਿੰਦਰ ਸਿੰਘ ਉਹਨਾਂ ਦਾ ਹੈਲੀਕਾਪਟਰ ਉੜਿਆ ਸੀਗਾ, ਉਸ ਐਪੀਸੋਡ ਦੇ ਵਿੱਚ ਉਸ ਇਲੀਗਲ ਮਾਈਨਿੰਗ ਦੇ ਵਿੱਚ ਵੀ ਚੰਨੀ ਉਹਨਾਂ ਦਾ ਨਾਂ ਸੀਗਾ। ਔਰ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਬਹੁਤ ਸਾਰੇ MLA ਹੈਗੇ ਹੈ, ਭਾਵੇਂ ਉਹ ਅਕਾਲੀ ਹੋਣ ਭਾਵੇਂ ਉਹ ਕਾਂਗਰਸੀ ਹੋਣ, ਖੈਰ 2 ਹੀ ਸਰਕਾਰਾਂ ਹਜੇ ਤੱਕ ਰਹੀ ਹੈ, ਜਿਹੜੇ ਵੀ ਦਰਿਆ ਵਗਦਾ ਨਾ ਜਿਸ ਕਨਸਟੀਟਿਊਂਸੀ ਦੇ ਲਾਗੇ ਜੀ, ਉਹ
ਸਾਰੇ ਐਮਐਲਏਜ਼ ਕਿਹਾ ਜਾਂਦਾ ਹੈ ਕਿ ਵੀ ਉਹ ਇਲੀਗਲ ਮਾਈਨਿੰਗ ਦੇ ਵਿੱਚ ਪ੍ਰੋਟੈਕਸ਼ਨ ਦੇਣ ਦਾ ਕੰਮ ਕਰਦੇ ਆ। ਜਦ ਕਾਗਜ਼ੀ ਕਾਰਵਾਈ ਦੀ ਗੱਲ ਕਰਦੇ ਆ ਤੇ ਕਾਗਜ਼ਾਂ ਦੇ ਵਿੱਚ ਇਲੀਗਲ ਮਾਈਨਿੰਗ ਦਾ ਕਿਸੇ ਵੀ ਪੋਲੀਟੀਸ਼ੀਅਨ ਦਾ ਨਾਂ ਨਹੀਂ ਆਣਾ। ਇਹ ਲਿੰਕ ਐਸਟੈਬਲਿਸ਼ ਕਰਨੇ ਪੈਣਗੇ, ਕਿਉਂਕਿ ਸਾਰੇ ਪੋਲੀਟੀਸ਼ੀਅਨਸ ਇਸ ਤਰ੍ਹਾਂ ਦੀ ਐਕਟੀਵਿਟੀਜ਼ ਨੂੰ ਪ੍ਰੋਟੈਕਸ਼ਨ ਦੇ ਕੇ ਗੁੰਡਾ ਟੈਕਸ ਵਸੂਲ ਕੀਤਾ ਜਾਂਦਾ ਸੀਗਾ। ਔਰ ਉਹ ਮੈਨੂੰ ਲੱਗਦਾ ਹੈ ਕਿ ਹੋਰ ਵੀ ਕਾਫੀ ਐਮਐਲਏ ਦੇ ਉੱਤੇ ਰੇਡ ਪੈ ਸਕਦੀ ਹੈ, ਕਿਉਂਕਿ ਪੈਸਾ ਜਦ ਇਕੱਠਾ ਹੁੰਦਾ ਹੈ ਉਹ ਪੈਸਾ ਦਿੱਤਾ ਕਿੱਥੇ ਜਾਏ, ਕਿੱਥੇ ਰੱਖੀਏ, ਇਹ ਇੱਕ ਮੁਸੀਬਤ ਪੋਲੀਟੀਸ਼ੀਅਨਾਂ ਵਾਸਤੇ ਬੜੀ ਜ਼ਬਰਦਸਤ ਹੋ ਜਾਂਦੀ ਹੈ। ਔਰ ਤਾਂ ਹੀ ਕਰਕੇ ਇਹ ਰੇਡ ਦਾ ਜਿਹੜਾ ਕਾਰੋਬਾਰ ਚੱਲਿਆ ਹੈ, ਰੇਤ ਦੇ ਕਾਰੋਬਾਰ ਦੇ ਉੱਤੇ ਭਾਰੀ ਪੈ ਗਿਆ। ਔਰ ਰੇਡਾਂ ਤੇ ਹਜੇ ਹੋਰ ਪੈਣੀ ਹੈ। ਇਹ ਕੋਈ ਕਬੱਡੀ ਦੀ ਰੇਡ ਨਹੀਂ ਕਿ ਅਗਲੇ ਵਾਪਸ ਚਲੇ ਜਾਣਗੇ, ਇਹ ਤੇ ਹੁਣ ਫੜ ਕੇ ਲੈ ਕੇ ਜਾਣਗੇ। ਇਹ ਗੱਲ ਸ਼ਾਇਦ ਸੁਖਪਾਲ ਸਿੰਘ ਖਹਿਰਾ ਤੋਂ ਜ਼ਿਆਦਾ ਅੱਛੇ ਤਰੀਕੇ ਨਾਲ ਕੋਈ ਨਹੀਂ ਸਮਝ ਸਕਦਾ ਕਿ ਕਈ ਵਾਰੀ ਇਹਨਾਂ ਨੂੰ ਸਿਰਫ ਪੋਲੀਟੀਕਲ ਰੇਡਸ ਸਮਝ ਕੇ ਬਹੁਤ ਸਾਰੇ ਲੋਕ ਗਲਤੀ ਕਰਦੇ ਆ, ਇਹਦੇ ਤੇ ਬਿਆਨਬਾਜ਼ੀ ਵੀ ਕਰਦੇ ਆ। ਕੋਈ ਇਨਕਮ ਟੈਕਸ ਦੀਆਂ ਹੋਣ ਜਾਂ ਈਡੀ ਦੀਆਂ ਹੋਣ ਜਾਂ ਹੋਰ ਕੇਂਦਰੀ ਏਜੰਸੀਆਂ, NIA ਦਾ ਪਿੱਛੇ ਜ਼ਿਕਰ ਹੁੰਦਾ ਰਿਹਾ। ਨੋ ਡਾਊਟ ਇਹਦੇ 'ਚ ਜ਼ਿਆਦਤੀਆਂ ਹੋਈਆਂ, ਬਹੁਤ ਜਗ੍ਹਾ ਤੇ ਗਲਤ ਵੀ ਹੋਇਆ ਹੋਊਗਾ, ਲੇਕਿਨ ਜਿੱਥੇ ਕਿਤੇ ਵੀ ਕੋਈ ਕਲੂ ਨੇ ਉੱਥੇ ਹੀ ਜਾ ਕੇ ਰੇਡ ਹੁੰਦੀ ਆ। ਇਹ ਬਹੁਤ ਸਮਝਣ ਵਾਲੀ ਗੱਲ ਆ। ਚੰਨੀ ਸਾਹਿਬ ਕਹਿੰਦੇ ਸੀ ਸਾਡੇ ਫੋਨ ਟੇਪ ਹੋ ਰਹੇ ਸੀ, ਸਾਡੇ ਆਲੇ ਦੁਆਲੇ ਕਈ ਸੌ ਬੰਦੇ ਲਾਏ ਗਏ ਸੀ ਸਾਡੀ ਸੂਹ ਰੱਖਣ ਲਈ। ਕਿਉਂ ਸੂਹ ਰੱਖਦੇ ਸੀ? ਤੁਸੀਂ ਕੋਈ ਗਲਤ ਤਾਂ ਕਰ ਹੀ ਨਹੀਂ ਸੀ ਰਹੇ। ਵੱਡਾ ਸਵਾਲ ਇਹ ਆ ਕਿ ਕੀ ਇਹ ਸਾਰਾ ਕੁਝ ਇੱਕ ਗਿਣੇ ਮਿੱਥੇ ਤਰੀਕੇ ਨਾਲ ਹੋਇਆ? ਸੱਚਮੁੱਚ ਨਜ਼ਰ ਰੱਖੀ ਗਈ ਸੀ? ਕੀ ਸੱਚਮੁੱਚ ਤੈਅਸ਼ੁਦਾ ਸੀ ਸਾਰਾ ਕੁਝ? ਢੁਕਵੇਂ ਮੌਕੇ ਦੀ ਉਡੀਕ ਕੀਤੀ ਜਾ ਰਹੀ ਸੀ? ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ ਟਾਈਮਿੰਗ ਨੂੰ ਵੇਖੋ ਜੀ, ਟਾਈਮਿੰਗ ਵੇਖੋ, ਇਹ ਜੋ ਹੋ ਰਿਹਾ ਤੁਸੀਂ ਇਹਨੂੰ ਸਭ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਇਹ ਮੈਨੂੰ ਫਸਾਇਆ ਜਾ ਰਿਹਾ। ਇਹ ਸਾਰੀਆਂ ਗੱਲਾਂ ਠੀਕ ਨੇ, ਟਾਈਮਿੰਗ ਵੀ ਚੋਣਾਂ ਦੀ ਹੈ, ਲੇਕਿਨ ਕੀ ਟਾਈਮਿੰਗ ਨੂੰ ਪਾਸੇ ਰੱਖ ਕੇ ਜੋ ਵਾਪਰਿਆ, ਕੀ ਇਹ ਲੋਕਾਂ ਨੂੰ ਤੁਸੀਂ ਹੁਣੇ ਕਲੀਨ ਚਿੱਟ ਦੇ ਦਿਓਗੇ ਕਿ ਜਿਹੜੇ ਲੋਕ ਪੈਸਿਆਂ ਨਾਲ ਫੜੇ ਗਏ ਆ ਉਹ ਕੋਈ ਗਲਤ ਕੰਮ ਨਹੀਂ ਸੀ ਕਰ ਰਹੇ, ਜਾਂ ਉਹਨਾਂ ਦੀ ਦੀਨ-ਇਮਾਨ ਦੀ ਕਮਾਈ ਸੀ, ਜਾਂ ਫਿਰ ਤੁਹਾਡੇ ਕੋਲ ਐਸਾ ਕੋਈ ਸਬੂਤ ਹੈ ਕਿ ਤੁਹਾਡੇ ਉਹਨਾਂ ਥਾਵਾਂ ਤੇ ਪੈਸੇ ਰੱਖ ਕੇ ਫਸਾਇਆ ਗਿਆ, ਜਿਵੇਂ ਆਮ ਤੌਰ ਤੇ ਪੁਲਿਸ ਤੇ ਦੋਸ਼ ਲੱਗਦੇ ਹੁੰਦੇ ਆ? ਉਸ ਤੋਂ ਵੀ ਵੱਡਾ ਸਵਾਲ ਆ ਕਿ ਕੀ ਇਸ ਵੇਲੇ ਜੇਕਰ ਤੁਸੀਂ ਇਹ ਦੇਖ ਰਹੇ ਹੋ ਕਿ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਸੀ ਮੇਰੇ ਬਹੁਤ ਸਾਰੇ MLA ਤੇ ਵਜ਼ੀਰ ਸ਼ਾਮਲ ਸੀਗੇ, ਤੁਹਾਨੂੰ ਯਾਦ ਹੋਣਾ, ਕੀ ਹੋਰ ਵੀ ਟੀਮਾਂ ਅੱਗੇ ਵਧ ਰਹੀਆਂ ਨੇ? ਕੀ ਇਹ ਸਿਰਫ ਟ੍ਰੇਲਰ ਆ? ਕੀ ਹੋਰ ਬਹੁਤ ਸਾਰੇ ਲੋਕਾਂ ਨੂੰ ਮੁਸੀਬਤ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ? ਜੇਕਰ ਸੱਚਮੁੱਚ ਕੁਝ ਲੋਕਾਂ ਨੇ ਗਲਤ ਜਾਂ ਗੁਨਾਹ ਕੀਤੇ ਨੇ ਤਾਂ ਉਹਨਾਂ ਨੂੰ ਸਕੰਜੇ 'ਚ ਲਿਆ ਜਾਊਗਾ। ਫਿਰ ਇਲੈਕਸ਼ਨ ਕਿੱਥੇ ਖੜੀ ਹੋਊਗੀ? ਕਾਂਗਰਸ ਲਈ ਜੇ ਖਾਸ ਤੌਰ ਤੇ ਕਾਂਗਰਸ ਦੇ MLA ਟਾਰਗੇਟ ਕੀਤੇ ਜਾ ਰਹੇ ਆ ਤਾਂ ਫਿਰ ਇਹ ਵੀ ਦਿਲਚਸਪ ਹੋਊਗਾ ਕਿ ਇੱਕ ਤਰ੍ਹਾਂ ਨਾਲ ਮੁੜ ਕੇ ਜਿੱਦਾਂ ਨਵਜੋਤ ਸਿੰਘ ਸਿੱਧੂ ਕਹਿੰਦੇ ਆ ਕਿ ਨਵੇਂ ਸਿਰਿਓਂ ਕਰਨਾ ਪਊਗਾ, ਏਜੰਡਾ ਪੰਜਾਬ ਲਿਆਉਣਾ ਪਊਗਾ, ਮਾਈਨਿੰਗ ਤੋਂ ਲੈ ਕੇ ਹਰ ਚੀਜ਼ ਦੇ ਖਿਲਾਫ ਇੱਕ ਮੋਰਚਾ ਵੱਢਣਾ ਪਊਗਾ। ਕਾਂਗਰਸ ਦੇ ਅੰਦਰ ਹੀ ਇੱਕ ਹੋਰ ਕਾਂਗਰਸ ਸਮਾਨਾਂਤਰ ਖੜੀ ਨਜ਼ਰ ਆਊਗੀ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਬਲੀ ਹੁੰਦੀ ਆ ਰਲੇ ਹੋਣ ਦੇ ਦੋਸ਼ ਵਿੱਚ, ਜੇ ਹੁਣ ਚਰਨਜੀਤ ਸਿੰਘ ਚੰਨੀ ਤੇ ਉਹਨਾਂ ਦੇ ਕਰੀਬੀਆਂ ਦੀ ਇਸ ਮਾਮਲੇ ਦੇ ਵਿੱਚ ਪਿਛਾਂਹ ਉਹਨਾਂ ਨੂੰ ਕਰਤਾ ਜਾਂਦਾ ਤਾਂ 6 ਮਹੀਨਿਆਂ ਦੇ ਅੰਦਰ ਅੰਦਰ ਤੀਜੀ ਵਾਰੀ ਕਾਂਗਰਸ ਦੀ ਪੰਜਾਬ ਲੀਡਰਸ਼ਿਪ 'ਚ ਤਬਦੀਲੀ ਦੇਖਣ ਨੂੰ ਮਿਲੂਗੀ। ਦਿਲਚਸਪ ਸਵਾਲ ਆ। ਮੈਨੂੰ ਲੱਗਦਾ ਕਿ ਦੋ ਸਵਾਲ ਐਂ ਪਿੱਛੇ ਛੁੱਟ ਗਏ। ਇੱਕ ਸ਼ਾਇਦ ਜਿਹੜੀ ਗੱਲ ਲੁਕਵੇਂ ਰੂਪ 'ਚ ਆ ਰਹੀ ਆ ਕਿ ਜੇਕਰ ਹੰਗ ਅਸੈਂਬਲੀ ਆਉਂਦੀ ਤਾਂ ਐਸੀ ਸਥਿਤੀ 'ਚ ਕਾਂਗਰਸ ਆਮ ਆਦਮੀ ਪਾਰਟੀ ਨਾਲ ਅੱਗੇ ਵੱਧ ਸਕਦੀ ਸੀ, ਔਰ ਕਿਸੇ ਗੁਪਤ ਮੀਟਿੰਗ ਦਾ ਜ਼ਿਕਰ ਹੋ ਰਿਹਾ, ਔਰ ਉਸ ਮੀਟਿੰਗ ਦੇ ਵਿੱਚ ਵੀ ਇਨਕਲਾਬੀ ਆਗੂਆਂ ਦੇ ਆਪਸ ਵਿੱਚ ਮਿਲਣ ਦਾ ਔਰ ਦਿੱਲੀ ਦੇ ਡਿਪਟੀ CM ਦੇ ਬੈਠਣ ਦਾ ਨਾਲ ਜ਼ਿਕਰ ਹੋ ਰਿਹਾ। ਇਹਨੂੰ ਅਗਲੇ ਸੈਗਮੈਂਟ ਦੇ ਵਿੱਚ ਮੈਂ ਭਾਸਕਰ ਸਾਹਿਬ ਨਾਲ ਡਿਸਕਸ ਕਰੂੰਗਾ। ਮੈਂ ਇਹਨਾਂ ਨਾਲ ਵੀ ਇਹ ਚੀਜ਼ਾਂ ਕੋ ਸਾਂਝੀਆਂ ਕਰ ਲਵਾਂ, ਅਸੀਂ ਕ੍ਰਾਸ ਚੈੱਕ ਕਰ ਲਈਏ। ਲੇਕਿਨ ਅਹਿਮ ਸਵਾਲ ਆ ਕਿ ਜਿਹੜੀ ਵੀ ਗਵਰਨਮੈਂਟ ਆਊਗੀ ਉਹ 50,000 ਦੇ ਕਰਜ਼ੇ ਨਾਲ, ਇੱਕ ਨਵੇਂ ਕਰਜ਼ੇ ਨਾਲ, 3-4 ਲੱਖ ਕਰੋੜ ਦਾ ਜ਼ਿਕਰ ਤਾਂ ਹਰ ਰੋਜ਼ ਆਉਂਦਾ ਹੈ, ਲੇਕਿਨ ਤੁਰੰਤ ਪ੍ਰਭਾਵ ਨਾਲ ਜੂਨ ਦੇ ਆਸ-ਪਾਸ 50,000 ਕਰੋੜ ਰੁਪਏ ਦੇ ਘਾਟੇ 'ਚ ਪਹਿਲੀ ਸਰਕਾਰ ਨੂੰ ਤੋਹਫੇ ਵਾਂਗ ਅੱਗੇ ਵਧਣਾ ਪਊਗਾ। ਭਾਸਕਰ ਸਾਹਿਬ ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।